ਵਿਆਹ ਦੀ ਪਹਿਲੀ ਰਾਤ ਹੀ ਮੇਰਾ ਭਰਾ ਦੁਲਹਨ ਭਾਬੀ ਨੂੰ ਛੱਡ ਕੇ ਕਿਤੇ ਗਾਇਬ ਹੋ ਗਿਆ। ਮਾਂ ਨੇ ਭਾਬੀ ਕੋਲੋਂ ਇਹ ਗੱਲ ਲੁਕੋਈ ਤੇ ਕਿਹਾ, ਸਾਡੇ ਇੱਥੇ ਰਿਵਾਜ ਹੈ ਕਿ ਵਿਆਹ ਦੀ ਪਹਿਲੀ ਰਾਤ ਸੱਸ ਹੀ ਦੁਲਹਨ ਦੇ ਨਾਲ ਰਹਿੰਦੀ ਹੈ। ਪਰ ਅਗਲੀ ਰਾਤ ਮਾਂ ਨੇ ਫਿਰ ਤੋਂ ਬਹਾਨਾ ਕੀਤਾ ਕਿ ਬਹੂ, ਤੇਰਾ ਪਤੀ 10 ਦਿਨ ਤੱਕ ਹਨੇਰੇ ਵਿੱਚ ਹੀ ਕਮਰੇ ਵਿੱਚ ਆਵੇਗਾ, ਪਰ ਸ਼ਰਤ ਇਹ ਹੈ ਕਿ ਤੂੰ ਮੂੰਹ ਫੇਰ ਕੇ ਸੋਵੇਂਗੀ ਅਤੇ ਉਸਦੇ ਵੱਲ ਦੇਖੇਂਗੀ ਵੀ ਨਹੀਂ, ਨਹੀਂ ਤਾਂ ਤੂੰ ਵਿਧਵਾ ਹੋ ਜਾਵੇਂਗੀ। ਭਾਬੀ ਮਾਸੂਮ ਜਿਹੀ ਸੀ, ਮੰਨ ਗਈ। ਹੁਣ ਮਾਂ ਰੋਜ਼ ਮੈਨੂੰ ਹੀ ਭਰਾ ਦੇ ਕੱਪੜੇ ਪਵਾ ਕੇ ਭਾਬੀ ਦੇ ਕਮਰੇ ਵਿੱਚ ਭੇਜ ਦਿੰਦੀ। ਇੱਕ ਦਿਨ ਭਾਬੀ ਨੇ ਖੁਸ਼ਖਬਰੀ ਸੁਣਾਈ ਕਿ ਉਹ ਪ੍ਰੈਗਨੈਂਟ ਹੈ। ਇਹ ਸੁਣਦੇ ਹੀ ਸਾਡੇ ਤਾਂ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ। ਮੇਰੇ ਭਰਾ ਨੂੰ ਤਾਨੀਆ ਨਾਲ ਇਸ਼ਕ ਹੋਇਆ ਸੀ। ਉਸਨੇ ਮਾਂ ਨਾਲ ਜਿੱਦ ਕਰਕੇ ਉਸਦਾ ਰਿਸ਼ਤਾ ਮੰਗਿਆ ਸੀ। ਮਾਂ ਮੰਨਦੀ ਹੀ ਨਹੀਂ ਸੀ। ਮਾਂ ਨੂੰ ਆਪਣੇ ਸਹੁਰਿਆਂ ਵਾਲੇ ਪਾਸੇ ਦੇ ਲੋਕ ਇੱਕ ਅੱਖ ਨਹੀਂ ਪਾਉਂਦੇ ਸੀ। ਫਿਰ ਤਾਨੀਆ ਸੀ ਵੀ ਤਾਂ ਪਿਤਾ ਜੀ ਦੀ ਦੂਰ ਦੀ ਰਿਸ਼ਤੇਦਾਰੀ 'ਚੋਂ ਮਾਂ ਨੇ 100 ਤਰ੍ਹਾਂ ਦੇ ਸਵਾਲ ਚੱਕੇ ਸੀ ਅਤੇ ਭਰਾ ਨੇ ਮਾਂ ਨੂੰ ਹਜ਼ਾਰਾਂ ਤਸੱਲੀਆਂ ਦਿੱਤੀਆਂ ਸੀ। ਪਿਤਾ ਜੀ ਖੁਸ਼ ਸੀ, ਭਰਾ ਖੁਸ਼ ਸੀ, ਮੈਂ ਵੀ ਖੁਸ਼ ਸੀ, ਬਸ ਮਾਂ ਹੀ ਨਾਰਾਜ਼ ਸੀ। ਪਰ ਮਾਂ ਨੂੰ ਮੰਨਣਾ ਹੀ ਪਿਆ। ਉਹਨਾਂ ਨੂੰ ਭਰਾ ਦੀ ਖੁਸ਼ੀ ਆਪਣੀ ਜਿੱਦ ਤੋਂ ਜ਼ਿਆਦਾ ਪਿਆਰੀ ਸੀ। ਪਿਤਾ ਜੀ, ਮੈਂ ਅਤੇ ਮਾਂ ਰਿਸ਼ਤਾ ਮੰਗਣ ਗਏ ਅਤੇ ਹਾਂ ਹੋ ਗਈ। ਮੇਰਾ ਭਰਾ ਤਾਂ ਖੁਸ਼ੀ ਨਾਲ ਫੁੱਲਿਆ ਨਹੀਂ ਸਮਾ ਰਿਹਾ ਸੀ। ਮਾਂ ਭਰਾ ਦੀ ਖੁਸ਼ੀ ਦੇਖ ਕੇ ਖੁਸ਼ ਵੀ ਸੀ ਤੇ ਪਰੇਸ਼ਾਨ ਵੀ। ਖੁਸ਼ ਇਸ ਕਰਕੇ ਸੀ ਕਿਉਂਕਿ ਬੇਟਾ ਖੁਸ਼ ਹੈ, ਪਰੇਸ਼ਾਨ ਇਸ ਕਰਕੇ ਸੀ ਕਿਉਂਕਿ ਵਿਆਹ ਤੋਂ ਬਾਅਦ ਬੇਟਾ ਆਪਣਾ ਨਹੀਂ ਰਹੇਗਾ, ਜੋਰੂ ਦਾ ਗੁਲਾਮ ਬਣ ਜਾਵੇਗਾ। ਮੈਂ ਮਾਂ ਨੂੰ ਤਸੱਲੀ ਦਿੱਤੀ ਅਤੇ ਸਮਝਾਇਆ। ਮਾਂ ਨੇ ਵੀ ਹਾਲਾਤ ਸਮਝਣ ਦੀ ਕੋਸ਼ਿਸ਼ ਕੀਤੀ। ਐਦਾਂ ਅਸੀਂ ਬੜੀ ਧੂਮ-ਧਾਮ ਨਾਲ ਵਿਆਹ ਕਰਕੇ ਭਾਬੀ ਨੂੰ ਘਰ ਲੈ ਆਏ ਸੀ। ਪਰ ਅਸੀਂ ਇਹ ਨਹੀਂ ਜਾਣਦੇ ਸੀ ਕਿ ਮੇਰਾ ਭਰਾ ਆਪਣੇ ਕਮਰੇ ਵਿੱਚ ਵੀ ਧੂਮ-ਧਾਮ ਦਾ ਇੰਤਜ਼ਾਰ ਕਰੀ ਬੈਠਾ ਸੀ। ਨਾ ਜਾਣੇ ਕੀ ਹੋਇਆ, ਕਿਉਂ ਹੋਇਆ। ਮੇਰਾ ਭਰਾ ਆਪਣੇ ਕਮਰੇ ਵਿੱਚ ਗਿਆ। ਕੁਝ ਪਲ ਹੀ ਬੀਤੇ ਹੋਣੇ ਕਿ ਮੇਰੇ ਭਰਾ ਨੇ ਰੌਲਾ ਪਾ ਦਿੱਤਾ। ਅਸੀਂ ਲੜਕੀਆਂ ਤਾਂ ਅਜੇ ਵੀ ਬਾਹਰ ਬੈਠੀਆਂ ਗੀਤ ਟੱਪੇ ਗਾ ਰਹੀਆਂ ਸੀ, ਪਰ ਮੇਰੇ ਭਰਾ ਨੇ ਆਪਣੀ ਖੁਸ਼ੀ ਦੇ ਨਾਲ-ਨਾਲ ਸਾਡੀ ਖੁਸ਼ੀ ਨੂੰ ਵੀ ਖਰਾਬ ਕਰ ਦਿੱਤਾ ਸੀ। ਮੈਂ ਜਲਦੀ ਨਾਲ ਬਹਾਨਾ ਕਰਕੇ ਲੜਕੀਆਂ ਨੂੰ ਉਹਨਾਂ ਦੇ ਘਰ ਭੇਜ ਦਿੱਤਾ ਅਤੇ ਆਪ ਮਾਂ ਦੇ ਕਮਰੇ ਵਿੱਚ ਆਈ। ਉੱਥੇ ਮੇਰਾ ਭਰਾ ਪਹਿਲਾਂ ਤੋਂ ਹੀ ਮੌਜੂਦ ਸੀ। ਭਰਾ ਨੇ ਕਿਹਾ, ਮਾਂ, ਜੇ ਮੇਰੀ ਪਸੰਦ ਤੁਹਾਨੂੰ ਐਨੀ ਹੀ ਬੁਰੀ ਲੱਗਦੀ ਸੀ ਤਾਂ ਮੈਨੂੰ ਸਾਫ਼-ਸਾਫ਼ ਇਨਕਾਰ ਕਰ ਦਿੰਦੇ, ਪਰ ਤੁਸੀਂ ਤਾਂ ਮੇਰੇ ਨਾਲ ਧੋਖਾ ਹੀ ਕਰਤਾ। ਇੰਨਾ ਕਹਿ ਕੇ ਮੇਰਾ ਭਰਾ ਘਰੋਂ ਫਰਾਰ ਹੋ ਗਿਆ। ਪਿੱਛੇ ਮੈਂ ਅਤੇ ਮਾਂ ਇੱਕ ਦੂਜੇ ਦਾ ਮੂੰਹ ਤੱਕਦੀਆਂ ਹੀ ਰਹਿ ਗਈਆਂ। ਮਾਂ ਪਿਤਾ ਜੀ ਤੋਂ ਵੀ ਡਰ ਰਹੀ ਸੀ ਅਤੇ ਲੋਕਾਂ ਤੋਂ ਵੀ ਕਿ ਲੋਕ ਕੀ ਕਹਿਣਗੇ, ਕਿ ਮੈਂ ਇੱਕ ਦਿਨ ਵੀ ਨੂੰਹ ਨੂੰ ਖੁਸ਼ ਨਾ ਦੇਖ ਪਾਈ ਅਤੇ ਫਸਾਦ ਪਾ ਦਿੱਤਾ। ਹੁਣ ਮੈਂ ਅਤੇ ਮਾਂ ਫਿਕਰਮੰਦ ਜਿਹੀਆਂ ਇਸ ਮਸਲੇ ਦਾ ਹੱਲ ਸੋਚਣ ਲੱਗ ਪਈਆਂ। ਮਾਂ ਨੂੰ ਤਾਂ ਰਹਿ ਕੇ ਭਰਾ 'ਤੇ ਗੁੱਸਾ ਆ ਰਿਹਾ ਸੀ। ਮਾਂ ਬੋਲੀ, ਜੇ ਸਾਹਿਲ ਨੇ ਆਖਿਰ ਮੇਰੇ ਸਿਰ 'ਤੇ ਸਵਾਹ ਹੀ ਪਾਉਣੀ ਸੀ ਤਾਂ ਵਿਆਹ ਹੀ ਕਿਉਂ ਕੀਤਾ। ਮੈਂ ਮਾਂ ਨੂੰ ਕਿਹਾ, ਮਾਂ, ਅਸੀਂ ਜਾ ਕੇ ਭਾਬੀ ਤੋਂ ਪਤਾ ਕਰਦੇ ਹਾਂ ਕਿ ਆਖਿਰ ਹੋਇਆ ਕੀ ਹੈ। ਭਰਾ ਨੂੰ ਉਹਨਾਂ ਦੀ ਕਿਹੜੀ ਗੱਲ ਬੁਰੀ ਲੱਗੀ। ਮਾਂ ਰਜ਼ਾਮੰਦ ਹੋਈ ਤਾਂ ਅਸੀਂ ਦੋਨੋਂ ਭਾਬੀ ਦੇ ਕਮਰੇ ਵਿੱਚ ਚਲੇ ਗਏ। ਉਧਰੋਂ ਭਾਬੀ ਨੇ ਵੀ ਰੋ ਰੋ ਕੇ ਆਪਣਾ ਸਾਰਾ ਮੇਕਅਪ ਬਹਾ ਲਿਆ ਸੀ। ਮਾਂ ਗੁੱਸੇ 'ਚ ਭਾਬੀ ਨੂੰ ਘੂਰ ਕੇ ਬੋਲੀ, ਦੱਸ ਕੀ ਕਿਹਾ ਸੀ ਤੂੰ ਮੇਰੇ ਬੇਟੇ ਨੂੰ। ਵਿਆਹ ਦੀ ਪਹਿਲੀ ਰਾਤ ਹੀ ਆਪਣੀ ਜਵਾਨ ਦੇ ਜੌਹਰ ਦਿਖਾ ਦਿੱਤੇ ਤੂੰ। ਭਾਬੀ ਡਰੀ ਸਹਿਮੀ ਸੀ। ਮੈਨੂੰ ਤਰਸ ਆ ਗਿਆ। ਉਹ ਰੋਂਦੀ ਹੋਈ ਬੋਲੀ ਕਿ ਜ਼ੁਬਾਨ ਦੇ ਜੌਹਰ ਦਿਖਾਉਣ ਦਾ ਵਕਤ ਤਾਂ ਮਿਲਦਾ ਜੇ ਸਾਹਿਲ ਮੇਰਾ ਚਿਹਰਾ ਦੇਖ ਕੇ ਰੌਲਾ ਨਾ ਪਾਉਂਦੇ। ਐਨੀ ਬਦਸੂਰਤ ਹਾਂ ਮੈਂ, ਜਾਂ ਪਾਰਲਰ ਵਾਲੀ ਨੇ ਮੇਕਅਪ ਹੀ ਚੰਗਾ ਨਹੀਂ ਕੀਤਾ। ਮੈਂ ਭਾਬੀ ਨੂੰ ਦਿਲਾਸਾ ਦਿੱਤਾ ਅਤੇ ਕਿਹਾ, ਭਾਬੀ ਤੁਸੀਂ ਤਾਂ ਬਹੁਤ ਹਸੀਨ ਹੋ। ਮਾਂ ਨੂੰ ਵੀ ਸ਼ਾਇਦ ਤਰਸ ਆ ਗਿਆ ਸੀ ਉਹਨਾਂ ਉੱਪਰ, ਤਾਂ ਹੀ ਤਾਂ ਮਾਂ ਨੇ ਭਾਬੀ ਕੋਲੋਂ ਭਰਾ ਦੇ ਘਰੋਂ ਜਾਣ ਦੀ ਗੱਲ ਲੁਕੋ ਲਈ ਸੀ। ਮਾਂ ਮੁਸਕਰਾਉਣ ਦੀ ਕੋਸ਼ਿਸ਼ ਕਰਦੀ ਰਹੀ, ਫਿਰ ਬੋਲੀ, ਅਰੇ ਪਗਲੀ, ਰੋਂਦੀ ਕਿਉਂ ਆ। ਇਹ ਤਾਂ ਸਾਡੇ ਖਾਨਦਾਨ ਦੀ ਰਸਮ ਹੈ। ਪਤੀ ਪਤਨੀ ਦਾ ਚਿਹਰਾ ਦੇਖ ਕੇ ਗੁੱਸਾ ਕਰਦਾ ਹੈ ਅਤੇ ਚਲਾ ਜਾਂਦਾ ਹੈ, ਫਿਰ ਸੱਸ ਹੀ ਨੂੰਹ ਦੇ ਕਮਰੇ ਵਿੱਚ ਸੌਂਦੀ ਹੈ। ਮਾਂ ਦੀ ਗੱਲ ਸੁਣ ਕੇ ਭਾਬੀ ਨੇ ਬਹੁਤ ਹੀ ਅਜੀਬ ਜਿਹਾ ਮੂੰਹ ਬਣਾ ਕੇ ਕਿਹਾ, ਮਾਂ ਜੀ, ਤੁਸੀਂ ਘਰਾੜੇ ਤਾਂ ਨਹੀਂ ਮਾਰਦੇ। ਮਾਂ ਨੇ ਭਾਬੀ ਵੱਲ ਘੂਰ ਕੇ ਦੇਖਿਆ ਤੇ ਕਿਹਾ, ਮੈਂ ਤਾਂ ਨਹੀਂ, ਪਰ ਸਾਹਿਲ ਬਹੁਤ ਘਰਾੜੇ ਮਾਰਦਾ। ਐਦਾਂ ਪਹਿਲੀ ਰਾਤ ਤਾਂ ਕੱਟ ਗਈ। ਮਾਂ ਭਰਾ ਨੂੰ ਫੋਨ ਕਰ ਕਰਕੇ ਥੱਕ ਗਈ, ਪਰ ਮੇਰੇ ਭਰਾ ਨੇ ਆਪਣਾ ਨੰਬਰ ਹੀ ਬੰਦ ਕਰਕੇ ਰੱਖਿਆ ਸੀ। ਹੁਣ ਪਤਾ ਨਹੀਂ ਭਰਾ ਹੈ ਕਿੱਥੇ ਸੀ ਅਤੇ ਕਦੋਂ ਵਾਪਸ ਆਉਣ ਵਾਲਾ ਸੀ। ਕੋਈ ਵੀ ਤਾਂ ਨਹੀਂ ਜਾਣਦਾ ਸੀ। ਮਾਂ ਨੇ ਬਦਨਾਮੀ ਦੇ ਡਰ ਤੋਂ ਭਾਬੀ ਦੇ ਨਾਲ ਇੱਕ ਹੋਰ ਝੂਠ ਬੋਲ ਦਿੱਤਾ ਸੀ। ਭਾਬੀ ਖਾਣਾ ਖਾ ਰਹੀ ਸੀ ਤੇ ਮਾਂ ਨੇ ਆਰਾਮ ਨਾਲ ਕਹਿਣਾ ਸ਼ੁਰੂ ਕਰ ਦਿੱਤਾ ਕਿ ਬਹੂ, ਤੇਰਾ ਪਤੀ 10 ਦਿਨ ਤੱਕ ਹਨੇਰੇ ਕਮਰੇ ਵਿੱਚ ਆਵੇਗਾ, ਪਰ ਸ਼ਰਤ ਇਹ ਹੈ
ਕਿ ਤੂੰ ਮੂੰਹ ਫੇਰ ਕੇ ਸੋਵੇਂਗੀ ਅਤੇ ਉਸਦੇ ਵੱਲ ਦੇਖੇਂਗੀ ਵੀ ਨਹੀਂ, ਨਹੀਂ ਤਾਂ ਤੂੰ ਵਿਧਵਾ ਹੋ ਜਾਵੇਂਗੀ। ਇਹ ਸਾਡੀ ਰਸਮ ਹੈ। ਮੇਰਾ ਇੱਕੋ ਇੱਕ ਤਾਂ ਬੇਟਾ ਹੈ। ਮੈਂ ਚਾਹੁੰਦੀ ਹਾਂ ਕਿ ਇਸ ਰਸਮ ਦੀ ਅਦਾਇਗੀ ਵਿੱਚ ਕੋਈ ਕਮੀ ਨਾ ਰਹਿ ਜਾਵੇ। ਭਾਬੀ ਦਾ ਚਿਹਰਾ ਉਦਾਸ ਹੋ ਗਿਆ ਸੀ, ਪਰ ਫਿਰ ਵੀ ਉਹ ਮੁਸਕਰਾ ਕੇ ਬੋਲੀ, ਜਿੱਦਾਂ ਤੁਸੀਂ ਕਹੋ ਮੰਮੀ ਜੀ। ਭਾਬੀ ਮਾਸੂਮ ਜਿਹੀ ਸੀ, ਗੱਲ ਮੰਨ ਜਾਂਦੀ ਸੀ, ਪਰ ਆਪਣੇ ਚਿਹਰੇ ਦੀ ਉਦਾਸੀ ਲੁਕਾਉਣਾ ਨਹੀਂ ਜਾਣਦੀ ਸੀ। ਭਾਬੀ ਉੱਠ ਕੇ ਚਲੀ ਗਈ ਤਾਂ ਮੈਂ ਮਾਂ ਨੂੰ ਪੁੱਛਿਆ, ਮਾਂ ਹੁਣ ਤੁਸੀਂ ਭਰਾ ਨੂੰ ਕਿੱਥੋਂ ਲਿਆਵੋਗੇ? ਮਾਂ ਦਾ ਜਵਾਬ ਸੁਣ ਕੇ ਤਾਂ ਮੈਂ ਦੰਗ ਰਹਿ ਗਈ। ਤੂੰ ਵੀ ਤਾਂ ਮਿਲਦੀ ਆਂ ਆਪਣੇ ਭਰਾ ਨਾਲ। ਆਪਣਾ ਚਿਹਰਾ ਦੇਖ, ਅੱਖਾਂ ਤਾਂ ਬਿਲਕੁਲ ਸਾਹਿਲ 'ਤੇ ਗਈਆਂ ਨੇ। ਮੈਂ ਹੈਰਾਨੀ ਨਾਲ ਮਾਂ ਦੇ ਵੱਲ ਦੇਖਿਆ ਤੇ ਕਿਹਾ, ਮਾਂ ਵਿਆਹ ਦੇ ਫੰਕਸ਼ਨ ਦੇ ਦੌਰਾਨ ਤੁਹਾਡੇ ਸਿਰ 'ਤੇ ਕੋਈ ਸੱਟ ਤਾਂ ਨਹੀਂ ਲੱਗੀ? ਮਾਂ ਨੇ ਹੈਰਾਨੀ ਨਾਲ ਕਿਹਾ, ਐਦਾਂ ਕਿਉਂ ਕਹਿ ਰਹੀ ਆਂ? ਮੈਂ ਕਿਹਾ, ਕੱਲ੍ਹ ਦੀਆਂ ਤੁਸੀਂ ਬਹੁਤ ਉਲਟੀਆਂ ਸਿੱਧੀਆਂ ਗੱਲਾਂ ਕਰ ਰਹੇ ਹੋ। ਮਾਂ ਨੇ ਨਾ ਆਓ ਦੇਖਿਆ ਨਾ ਤਾਓ ਦੇਖਿਆ, ਮੇਰੇ ਲੱਕ 'ਤੇ 2-4 ਮੁੱਕੇ ਛੱਡ ਦਿੱਤੇ। ਮਾਰਦੀ ਡਰ ਨਾਲ ਮੈਨੂੰ ਵੀ ਮਾਂ ਦੀ ਗੱਲ ਮੰਨਣੀ ਪਈ। ਹੁਣ ਮਾਂ ਮੈਨੂੰ ਹੀ ਰੋਜ਼ ਭਰਾ ਦੇ ਕੱਪੜੇ ਪਵਾ ਕੇ ਭਾਬੀ ਦੇ ਕਮਰੇ ਵਿੱਚ ਭੇਜ ਦਿੰਦੀ। ਕਮਰੇ ਵਿੱਚ ਹਨੇਰਾ ਹੁੰਦਾ ਸੀ, ਇਸ ਕਰਕੇ ਭਾਬੀ ਮੈਨੂੰ ਪਹਿਚਾਣ ਨਹੀਂ ਪਾਉਂਦੀ ਸੀ। ਮਾਂ ਦੀ ਹਦਾਇਤ ਦੇ ਅਨੁਸਾਰ ਭਾਬੀ ਦੂਜੇ ਪਾਸੇ ਕਰਵਟ ਲੈ ਕੇ ਸੁੱਤੀ ਹੁੰਦੀ। ਪਹਿਲੀਆਂ 2 ਰਾਤਾਂ ਤਾਂ ਉਹ ਖਾਮੋਸ਼ ਹੀ ਰਹੀ। ਤੀਸਰੀ ਰਾਤ ਭਾਬੀ ਬੋਲੀ, ਸਾਹਿਲ ਮੈਂ ਤੁਹਾਨੂੰ ਚੰਗੀ ਨਹੀਂ ਲੱਗਦੀ? ਤੁਸੀਂ ਪਹਿਲੀ ਰਾਤ ਹੀ ਮੇਰੇ ਨਾਲੋਂ ਮੂੰਹ ਫੇਰ ਕੇ ਚਲੇ ਗਏ। ਮੈਨੂੰ ਬਹੁਤ ਦੁੱਖ ਲੱਗਾ ਸੀ। ਸਾਹਿਲ ਸੁਣ ਰਹੇ ਹੋ ਨਾ? ਪਤਾ ਹੈ ਮੈਂ ਕਦੀ ਵੀ ਕਿਸੇ ਨਾਲ ਮੁਹੱਬਤ ਨਹੀਂ ਕੀਤੀ। ਤੁਸੀਂ ਹੀ ਮੇਰੀ ਪਹਿਲੀ ਮੁਹੱਬਤ ਹੋ। ਤੁਸੀਂ ਮੇਰਾ ਦਿਲ ਨਾ ਤੋੜਿਓ। ਸਾਹਿਲ ਲੱਗਦਾ ਹੈ ਸੌਂ ਗਏ ਹੋ ਤੁਸੀਂ। ਮੈਨੂੰ ਭਾਬੀ ਦੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਹੋਇਆ ਸੀ। ਮੈਂ ਅਗਲੀ ਰਾਤ ਭਾਬੀ ਦੇ ਕਮਰੇ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ। ਤਾਂ ਮਾਂ ਨੇ ਵਜ੍ਹਾ ਪੁੱਛੀ ਤਾਂ ਮੈਂ ਕਿਹਾ, ਮਾਂ ਭਾਬੀ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਮੈਨੂੰ ਡਰ ਹੈ ਕਿ ਕਿਸੇ ਰਾਤ ਉਹ ਲਾਈਟ ਹੀ ਨਾ ਜਗਾ ਦੇਣ। ਮੈਂ ਕਿਹਾ, ਮਾਂ ਭਾਬੀ ਜਦੋਂ ਗੱਲਾਂ ਕਰਦੀ ਹੈ ਨਾ, ਮੇਰਾ ਦਿਲ ਉਹਨਾਂ ਦੇ ਲਈ ਬਹੁਤ ਦੁਖਦਾ ਹੈ। ਉਹਨਾਂ ਦਾ ਕੀ ਕਸੂਰ ਹੈ ਜੋ ਭਰਾ ਉਹਨਾਂ ਦੇ ਨਾਲ ਐਦਾਂ ਦਾ ਸਲੂਕ ਕਰਦੇ ਹਨ? ਮਾਂ ਨੇ ਵੀ ਅਫਸੋਸ ਵਿੱਚ ਸਿਰ ਹਿਲਾ ਦਿੱਤਾ, ਪਰ ਉਹ ਪਰੇਸ਼ਾਨ ਵੀ ਦਿਖਾਈ ਦੇ ਰਹੇ ਸੀ। ਫਿਰ ਉਹਨਾਂ ਨੇ ਭਾਬੀ ਨੂੰ ਬੁਲਾਇਆ ਤੇ ਕਿਹਾ, ਤਾਨੀਆ ਸਾਹਿਲ ਤੇਰੀ ਸ਼ਿਕਾਇਤ ਕਰ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਤੂੰ 10 ਰਾਤਾਂ ਮੁਕੰਮਲ ਹੋਣ ਤੋਂ ਪਹਿਲਾਂ ਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹ ਕਹਿ ਰਿਹਾ ਸੀ ਤੁਸੀਂ ਤਾਨੀਆ ਨੂੰ ਪੁੱਛੋ ਕਿ ਉਸ ਨੂੰ ਮੇਰੀ ਜ਼ਿੰਦਗੀ ਪਿਆਰੀ ਨਹੀਂ ਹੈ। ਭਾਬੀ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਸੀ। ਉਹ ਚੁੱਪ ਕਰਕੇ ਉੱਠ ਕੇ ਚਲੀ ਗਈ। ਫਿਰ ਬਾਕੀ ਦੀਆਂ ਰਾਤਾਂ ਚੰਗੀਆਂ ਗੁਜ਼ਰ ਗਈਆਂ ਸੀ। ਭਾਬੀ ਨੇ ਗੱਲ ਨਹੀਂ ਕੀਤੀ ਸੀ ਅਤੇ 10ਵੇਂ ਦਿਨ ਭਾਬੀ ਦਾ ਸਵੇਰ ਤੋਂ ਹੀ ਦਿਲ ਮਚਲਾ ਰਿਹਾ ਸੀ। ਉਹ ਭੱਜ ਕੇ ਵਾਸ਼ਰੂਮ ਜਾ ਰਹੀ ਸੀ। ਫਿਰ ਮਾਂ ਦੇ ਕੋਲ ਆ ਕੇ ਬੋਲੀ, ਮਾਂ ਜੀ ਮੁਬਾਰਕਾਂ ਹੋਣ, ਤੁਸੀਂ ਦਾਦੀ ਬਣਨ ਵਾਲੇ ਹੋ। ਹੁਣ ਸਾਨੂੰ ਦੋਨੋਂ ਮਾਂ ਬੇਟੀਆਂ ਨੂੰ ਬਹੁਤ ਵੱਡਾ ਝਟਕਾ ਲੱਗਿਆ। ਮਾਂ ਨੇ ਭਾਬੀ ਨੂੰ ਕਿਹਾ, ਅਰੇ ਜਿਹੜੀ ਉਹ ਰਸਮ ਸੀ ਉਸ ਦਾ ਕੀ ਬਣਿਆ? ਮੈਂ ਤਾਂ ਕਿਹਾ ਸੀ 10 ਰਾਤਾਂ ਗੱਲ ਤੱਕ ਨਹੀਂ ਕਰਨੀ। ਫਿਰ ਭਾਬੀ ਸ਼ਰਮਾ ਕੇ ਬੋਲੀ, ਮਾਂ ਜੀ ਸਾਹਿਲ ਕਹਿ ਰਹੇ ਸੀ ਕਿ ਉਹ ਇਹਨਾਂ ਰਸਮਾਂ ਰਿਵਾਜਾਂ 'ਤੇ ਯਕੀਨ ਨਹੀਂ ਕਰਦੇ। ਫਿਰ ਇਹ ਵੀ ਤਾਂ ਸੋਚੋ ਨਾ, ਜਿਸਨੇ ਇਸ ਦੁਨੀਆ ਵਿੱਚ ਆਉਣਾ ਹੁੰਦਾ ਉਹ ਤਾਂ ਆ ਕੇ ਹੀ ਰਹਿੰਦਾ। ਮਾਸੂਮ ਜਿਹੀ ਦਿਖਣ ਵਾਲੀ ਭਾਬੀ ਦੀ ਗੱਲ ਸੁਣ ਕੇ ਮੈਂ ਤੇ ਮਾਂ ਪਰੇਸ਼ਾਨ ਹੋ ਕੇ ਰਹਿ ਗਈਆਂ। ਪਰ ਮੈਂ ਫਿਰ ਵੀ ਸੋਚਿਆ ਸ਼ਾਇਦ ਭਾਬੀ ਮਜ਼ਾਕ ਕਰ ਰਹੀ ਹੋਵੇ। ਮਾਂ ਨੇ ਵੀ ਹੱਸ ਕੇ ਕਿਹਾ, ਤੂੰ ਚੰਗਾ ਮਜ਼ਾਕ ਕਰ ਲੈਂਦੀ ਆ ਬੇਟਾ। ਭਾਬੀ ਨੇ ਬੜੀ ਸਖਤ ਰਵੱਈਏ ਨਾਲ ਕਿਹਾ, ਤੁਹਾਨੂੰ ਇਹ ਮਜ਼ਾਕ ਕਿਉਂ ਲੱਗ ਰਿਹਾ ਹੈ? ਲੱਗਦਾ ਹੈ ਤੁਹਾਨੂੰ ਆਪਣੇ ਇਕਲੌਤੇ ਬੇਟੇ ਦੀ ਔਲਾਦ ਦਾ ਸੁਣ ਕੇ ਕੋਈ ਖੁਸ਼ੀ ਨਹੀਂ ਹੋਈ। ਭਾਬੀ ਦੇ ਜਾਂਦੇ ਹੀ ਮਾਂ ਨੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੀ, ਬੇਟਾ ਇਹ ਕਿਹਦੇ ਨਾਲ ਝੂਠ ਬੋਲ ਕੇ ਗਈ? ਸਾਡੇ ਨਾਲ? ਅਸੀਂ ਤਾਂ ਜਾਣਦੇ ਹਾਂ ਕਿ ਸਾਹਿਲ ਤਾਂ ਇੰਨੇ ਦਿਨਾਂ ਦਾ ਘਰ ਹੀ ਨਹੀਂ ਪਰਤਿਆ। ਰੱਬ ਜਾਣੇ ਇਹ ਕਿਹਦਾ ਬੱਚਾ ਕੋਖ ਵਿੱਚ ਲਈ ਫਿਰਦੀ ਆ। ਮੈਂ ਬੜਾ ਕਿਹਾ ਸੀ ਉਸ ਲੜਕੇ ਨੂੰ ਕਿ ਇਸ ਘਰਾਣੇ ਵਿੱਚ ਵਿਆਹ ਨਾ ਕਰਾ, ਪਰ ਉਹਦੇ ਸਿਰ 'ਤੇ ਤਾਂ ਭੂਤ ਸਵਾਰ ਸੀ। ਮੈਂ ਮਾਂ ਨੂੰ ਤਸੱਲੀ ਦਿੱਤੀ ਤੇ ਕਿਹਾ, ਮਾਂ ਤੁਸੀਂ ਫਿਕਰ ਨਾ ਕਰੋ, ਕੁਝ ਹੀ ਦਿਨਾਂ ਵਿੱਚ ਪਤਾ ਚੱਲ ਜਾਵੇਗਾ ਕਿ ਭਾਬੀ ਸੱਚ ਬੋਲ ਰਹੀ ਹੈ ਜਾਂ ਝੂਠ। ਪਰ ਜਿੱਦਾਂ ਦਿਨ ਗੁਜ਼ਰਦੇ ਗਏ ਭਾਬੀ ਦੀ ਤਬੀਅਤ ਤੋਂ ਪਤਾ ਚੱਲ ਰਿਹਾ ਸੀ ਕਿ ਉਹ ਪ੍ਰੈਗਨੈਂਟ ਨੇ। ਸਾਰਾ ਦਿਨ ਕੁਝ ਨਾ ਕੁਝ ਖਾਂਦੀ ਹੀ ਰਹਿੰਦੀ। ਖੱਟੇ ਦੀ ਤਾਂ ਦੀਵਾਨੀ ਹੋ ਗਈ ਸੀ। ਚੱਲਦੇ ਸਿਰ ਫੜ ਕੇ ਬੈਠ ਜਾਂਦੀ ਤੇ ਫਿਰ ਮਾਂ ਨੂੰ ਕਹਿੰਦੀ, ਮਾਂ ਜੀ ਚੱਕਰ ਵੀ ਬਹੁਤ ਆਉਂਦੇ ਹਨ। ਮਾਂ ਨੇ ਮੈਨੂੰ ਕਿਹਾ, ਇੱਕ ਵਾਰ ਸਾਹਿਲ ਨੂੰ ਵਾਪਸ ਆ ਲੈਣ ਦੇ। ਇਸ ਬਦਕਿਰਦਾਰ ਨੂੰ ਤਾਂ ਮੈਂ ਘਰੋਂ ਕਢਵਾ ਦੇਵਾਂਗੀ। ਮੈਂ ਤਾਂ ਭਾਬੀ ਦੇ ਮਾਸੂਮ ਚਿਹਰੇ ਦੇ ਵੱਲ ਦੇਖਦੀ। ਇਹ ਮਾਮਲਾ ਤਾਂ ਮੇਰੀ ਸਮਝ ਤੋਂ ਬਿਲਕੁਲ ਬਾਹਰ ਸੀ। ਮੇਰੇ ਭਰਾ ਦੇ ਵਿਆਹ ਨੂੰ ਮਹੀਨਾ ਹੋ ਗਿਆ ਸੀ। ਉਹਨਾਂ ਦੀ ਕੋਈ ਖੈਰ ਖਬਰ ਨਹੀਂ ਸੀ। ਪਰ ਮਾਂ ਵੀ ਲਗਨ ਦੀ ਸੱਚੀ ਸੀ। ਹਰ ਰੋਜ਼ ਭਰਾ ਦੇ ਬੰਦ ਫੋਨ 'ਤੇ ਵੀ ਬਹੁਤ ਵਾਰ ਫੋਨ ਕਰਦੀ। ਫਿਰ ਇੱਕ ਦਿਨ ਮੇਰੇ ਭਰਾ ਨੇ ਫੋਨ ਔਨ ਕਰ ਲਿਆ ਸੀ।
ਮੈਂ ਚੀਕਣ ਲੱਗ ਪਈ, ਬੈਲ ਜਾ ਰਹੀ ਹੈ, ਬੈਲ ਜਾ ਰਹੀ ਹੈ। ਉਹਦੇ ਨੰਬਰ 'ਤੇ 5-6 ਵਾਰ ਫੋਨ ਕਰਨ 'ਤੇ ਭਰਾ ਨੇ ਫੋਨ ਚੁੱਕਿਆ। ਮਾਂ ਨੇ ਹੈਲੋ ਕਹਿ ਕੇ ਫਿਰ ਉਹ ਸਭ ਕੁਝ ਇੱਕ ਹੀ ਸਾਹ ਵਿੱਚ ਕਹਿ ਦਿੱਤਾ ਜੋ ਇੰਨੇ ਦਿਨਾਂ ਤੋਂ ਸੋਚੀ ਬੈਠੀ ਸੀ। ਸਭ ਤੋਂ ਪਹਿਲਾਂ ਤਾਂ ਭਰਾ ਦੇ ਫੋਨ 'ਤੇ ਬੰਬ ਹੀ ਸੁੱਟਿਆ ਸੀ। ਸਾਹਿਲ, ਮੁਬਾਰਕ ਹੋਵੇ, ਤੂੰ ਬਾਪ ਬਣਨ ਵਾਲਾ ਏਂ। ਪੂਰੀ ਬਰਾਦਰੀ ਵਿੱਚ ਇਹ ਗੱਲ ਫੈਲ ਚੁੱਕੀ ਹੈ। ਸਾਰੇ ਲੋਕ ਸਾਡੇ ਘਰ ਮੁਬਾਰਕਬਾਦ ਦੇਣ ਆ ਰਹੇ ਹਨ। ਇੱਧਰ ਮੇਰਾ ਭਰਾ ਵੀ ਇਹ ਗੱਲ ਸੁਣ ਕੇ ਬੌਖਲਾ ਗਿਆ ਸੀ ਅਤੇ ਤੁਰੰਤ ਹੀ ਘਰ ਨੂੰ ਵਾਪਸ ਆ ਗਏ ਸੀ। ਮੈਨੂੰ ਮਾਂ ਨੇ ਭਰਾ ਨੂੰ ਚਾਹ ਪਾਣੀ ਪੁੱਛਣ ਤੋਂ ਵੀ ਮਨਾ ਕਰ ਰੱਖਿਆ ਸੀ। ਉਹ ਖੁਦ ਹੀ ਭਰਾ ਦੀ ਖਾਤਰਦਾਰੀ ਕਰਨਾ ਚਾਹੁੰਦੀ ਸੀ। ਫਿਰ ਜੋ ਮਾਂ ਨੇ ਉਹਨਾਂ ਦੀ ਖਾਤਰਦਾਰੀ ਕੀਤੀ ਸੀ, ਮੇਰੇ ਕੰਨਾਂ ਵਿੱਚੋਂ ਵੀ ਧੂੰਆਂ ਨਿਕਲਣ ਲੱਗ ਪਿਆ ਸੀ ਅਤੇ ਇੱਧਰ ਮੇਰਾ ਭਰਾ ਵੀ ਪਹਿਲੂ ਤੇ ਪਹਿਲੂ ਬਦਲ ਰਿਹਾ ਸੀ। ਮਾਂ ਵਾਰ-ਵਾਰ ਪੁੱਛਦੀ, ਦੱਸ ਤੂੰ ਘਰ ਵਿੱਚ ਇੰਨਾ ਤੂਫਾਨ ਕਿਉਂ ਮਚਾ ਰੱਖਿਆ ਸੀ? ਜਦੋਂ ਵਿਆਹ ਦੀ ਰਾਤ ਹੀ ਦੁਲਹਨ ਨੂੰ ਛੱਡ ਕੇ ਜਾਣ ਦਾ ਇਰਾਦਾ ਸੀ। ਹੁਣ ਦੀ ਵਾਰ ਮੇਰਾ ਭਰਾ ਬਹੁਤ ਗੁੱਸੇ ਵਿੱਚ ਸੀ। ਉਹ ਬੋਲੇ, ਮਾਂ, ਨਾ ਜਾਣੇ ਤੁਸੀਂ ਮੇਰੇ ਨਾਲ ਕਿਹੜੀ ਗੱਲ ਦਾ ਬਦਲਾ ਲਿਆ ਹੈ। ਮੈਂ ਚਾਹੁੰਦਾ ਕਿਸੇ ਹੋਰ ਨੂੰ ਸੀ ਤੇ ਪੱਲੇ ਕਿਸੇ ਹੋਰ ਨੂੰ ਪਾ ਦਿੱਤਾ। ਮਾਂ ਗੁੱਸੇ ਨਾਲ ਬੋਲੀ, ਤਾਨੀਆਂ ਤਾਨੀਆਂ ਕਹਿ ਕੇ ਤੂੰ ਹੀ ਤਾਂ ਮੇਰੇ ਕੰਨ ਖਾਧੇ ਸੀ। ਦੁਲਹਨ ਬਣ ਕੇ ਜਦੋਂ ਘਰ ਆ ਗਈ ਤਾਂ ਤੇਰੀ ਪਸੰਦ ਬਦਲ ਗਈ। ਭਰਾ ਨੇ ਆਪਣਾ ਸਿਰ ਦੋਨਾਂ ਹੱਥਾਂ ਨਾਲ ਫੜ ਲਿਆ ਸੀ ਤੇ ਕਹਿਣ ਲੱਗੇ, ਮਾਂ, ਮੈਨੂੰ ਚਮਨ ਅੰਕਲ ਦੀ ਵੱਡੀ ਬੇਟੀ ਦੇ ਨਾਲ ਮੁਹੱਬਤ ਸੀ। ਮੈਨੂੰ ਲੱਗਾ ਉਹਨਾਂ ਦਾ ਨਾਮ ਤਾਨੀਆ ਹੈ। ਫਿਰ ਮਾਂ ਹੱਕੀ ਬੱਕੀ ਰਹਿ ਗਈ ਤੇ ਬੋਲੀ, ਤੇਰੇ ਚਮਨ ਅੰਕਲ ਦੀ ਵੱਡੀ ਬੇਟੀ ਦਾ ਨਾਮ ਤਾਨੀਆ ਨਹੀਂ, ਮਨੀਸ਼ਾ ਹੈ। ਉਸ ਦੀ ਮੰਗਣੀ ਹੋਈ ਨੂੰ ਤਾਂ 2 ਸਾਲ ਹੋ ਗਏ। ਅਗਲੇ ਸਾਲ ਤਾਂ ਉਸ ਦਾ ਵਿਆਹ ਹੈ। ਮੇਰੇ ਭਰਾ ਦੀ ਜਲਦਬਾਜ਼ੀ ਨੇ ਉਹਨਾਂ ਦੀਆਂ ਖੁਸ਼ੀਆਂ ਹੀ ਉਹਨਾਂ ਕੋਲੋਂ ਖੋਹ ਲਈਆਂ ਸੀ। ਹੁਣ ਮਾਂ ਪਰੇਸ਼ਾਨੀ ਨਾਲ ਬੋਲੀ, ਸਾਹਿਲ, ਉਹ ਜੋ ਤੇਰਾ ਬੱਚਾ ਕੋਖ ਵਿੱਚ ਲਈ ਬੈਠੀ ਹੈ, ਉਸ ਦਾ ਕੀ ਕਰਨਾ ਹੈ? ਭਰਾ ਨੂੰ ਹੁਣ ਬਹੁਤ ਗੁੱਸਾ ਆ ਰਿਹਾ ਸੀ। ਉਹ ਬੋਲੇ, ਮਾਂ, ਮੈਂ ਕਦੋਂ ਸੀ ਘਰ ਵਿੱਚ ਜੋ ਤੁਸੀਂ ਮੈਨੂੰ ਇਹ ਸਭ ਕਹਿ ਰਹੇ ਹੋ? ਮਾਂ ਨੇ ਭਰਾ ਨੂੰ ਕਹਿ ਦਿੱਤਾ ਕਿ ਆਪਣੀ ਪਤਨੀ ਨੂੰ ਬੱਚੇ ਦੀ ਗੱਲ ਪੁੱਛ, ਬਾਕੀ ਦੀਆਂ ਗੱਲਾਂ ਬਾਅਦ 'ਚ ਕਰਾਂਗੇ। ਫਿਰ ਮੇਰਾ ਭਰਾ ਗੁੱਸੇ ਨਾਲ ਉੱਠ ਕੇ ਆਪਣੇ ਕਮਰੇ ਵਿੱਚ ਚਲਿਆ ਗਿਆ। ਉਹਨਾਂ ਦੇ ਜਾਂਦੇ ਹੀ ਭਾਬੀ ਨੇ ਸਭ ਤੋਂ ਪਹਿਲਾਂ ਸਵਾਲ ਇਹੀ ਪੁੱਛਿਆ ਸੀ ਕਿ ਆਖਿਰ ਤੁਸੀਂ ਕਿੱਥੇ ਚਲੇ ਗਏ ਸੀ? ਫਿਰ ਭਾਬੀ ਨੇ ਵੀ ਭਰਾ ਨੂੰ ਬੱਚੇ ਦੀ ਖੁਸ਼ਖਬਰੀ ਸੁਣਾਈ। ਭਰਾ ਗੁੱਸੇ ਨਾਲ ਬੋਲਿਆ, ਮੈਂ ਤਾਂ ਵਿਆਹ ਦੀ ਪਹਿਲੀ ਰਾਤ ਨੂੰ ਹੀ ਘਰੋਂ ਚਲਿਆ ਗਿਆ ਸੀ। ਭਾਬੀ ਸਹਿਮ ਕੇ ਬੋਲੀ, ਮਾਂ ਜੀ ਨੇ ਤਾਂ ਕਿਹਾ ਸੀ ਕਿ ਸਾਡੀ ਰਸਮ ਹੈ ਕਿ ਵਿਆਹ ਦੀ ਪਹਿਲੀ ਰਾਤ ਸੱਸ ਹੀ ਦੁਲਹਨ ਦੇ ਨਾਲ ਸੌਂਦੀ ਹੈ ਅਤੇ ਫਿਰ ਕਿਹਾ ਕਿ ਬਹੂ, ਤੇਰਾ ਪਤੀ 10 ਦਿਨ ਤੱਕ ਹਨੇਰੇ ਵਿੱਚ ਹੀ ਕਮਰੇ ਵਿੱਚ ਆਵੇਗਾ, ਪਰ ਸ਼ਰਤ ਇਹ ਹੈ ਕਿ ਤੂੰ ਮੂੰਹ ਫੇਰ ਕੇ ਸੌਵੇਂਗੀ ਅਤੇ ਉਸਦੇ ਵੱਲ ਦੇਖੇਂਗੀ ਵੀ ਨਹੀਂ, ਨਹੀਂ ਤਾਂ ਤੂੰ ਵਿਧਵਾ ਹੋ ਜਾਵੇਂਗੀ। ਤੁਸੀਂ ਤਾਂ 10 ਦਿਨ ਆਉਂਦੇ ਰਹੇ ਹੋ ਮੇਰੇ ਕਮਰੇ ਵਿੱਚ। ਹੁਣ ਭਰਾ ਨੇ ਘਰ ਵਿੱਚ ਤੂਫਾਨ ਮਚਾ ਰੱਖਿਆ ਸੀ। ਉਹ ਮਾਂ ਨੂੰ ਵਾਰ-ਵਾਰ ਸਵਾਲ ਕਰ ਰਹੇ ਸੀ ਕਿ ਕੌਣ ਜਾਂਦਾ ਸੀ ਤਾਨੀਆਂ ਦੇ ਕਮਰੇ ਵਿੱਚ। ਮਾਂ ਨੇ ਭਰਾ ਨੂੰ ਸੱਚ-ਸੱਚ ਦੱਸ ਦਿੱਤਾ ਸੀ। ਮਾਂ ਬੋਲੀ, ਜ਼ਿਆਦਾ ਚੀਕਣ ਚਲਾਉਣ ਦੀ ਜ਼ਰੂਰਤ ਨਹੀਂ। ਤੂੰ ਖੁਦ ਤਾਂ ਸਭ ਕੁਝ ਛੱਡ ਕੇ ਚਲਾ ਗਿਆ ਸੀ ਅਤੇ ਮੈਂ ਬਦਨਾਮੀ ਦੇ ਡਰ ਨਾਲ ਤੇਰੀ ਭੈਣ ਨੂੰ ਹੀ ਤੇਰੇ ਕੱਪੜੇ ਪਵਾ ਕੇ ਕਮਰੇ ਵਿੱਚ ਸੌਣ ਦੇ ਲਈ ਭੇਜ ਦਿੰਦੀ ਸੀ। ਪਰ ਭਰਾ ਨੇ ਮਾਂ ਦੀ ਕੋਈ ਗੱਲ ਨਾ ਮੰਨੀ। ਹੁਣ ਸਾਡੇ ਘਰ ਆਏ ਦਿਨ ਲੜਾਈ ਝਗੜਾ ਹੁੰਦਾ ਰਹਿੰਦਾ ਸੀ। ਮੇਰਾ ਭਰਾ ਮਾਂ ਦੀ ਗੱਲ ਹੀ ਨਹੀਂ ਮੰਨ ਰਿਹਾ ਸੀ। ਉਹਨਾਂ ਨੇ ਮਾਂ ਨੂੰ ਸ਼ੱਕ ਦੇ ਕਟਖੜੇ ਵਿੱਚ ਰੱਖਿਆ ਸੀ। ਉਧਰ ਭਾਬੀ ਵੀ ਨਹੀਂ ਦੱਸ ਰਹੀ ਸੀ ਕਿ ਆਖਿਰ ਉਹਨਾਂ ਦਾ ਸੱਚ ਕੀ ਹੈ। ਇੱਕ ਦਿਨ ਭਾਬੀ ਛੱਤ ਤੋਂ ਕੱਪੜੇ ਲਾਉਣ ਗਈ ਕਿ ਉਹਨਾਂ ਦਾ ਪੈਰ ਪੌੜੀਆਂ ਤੋਂ ਤਿਲਕ ਗਿਆ ਅਤੇ ਉਹਨਾਂ ਦੇ ਸਿਰ 'ਤੇ ਸੱਟ ਲੱਗ ਗਈ। ਭਾਬੀ ਨੂੰ ਤੁਰੰਤ ਹਸਪੀਟਲ ਲੈ ਕੇ ਜਾਣਾ ਪੈ ਗਿਆ। ਉਹ ਕਈ ਘੰਟੇ ਬੇਹੋਸ਼ ਰਹੀ। ਜਦੋਂ ਡਾਕਟਰਾਂ ਨੇ ਉਹਨਾਂ ਦੇ ਵੱਲੋਂ ਤਸੱਲੀ ਬਖਸ਼ ਜਵਾਬ ਦਿੱਤਾ ਤਾਂ ਮਾਂ ਨੇ ਡਰਦੇ-ਡਰਦੇ ਪੁੱਛਿਆ, ਉਹਨਾਂ ਦਾ ਬੱਚਾ ਤਾਂ ਠੀਕ ਹੈ? ਡਾਕਟਰ ਦਾ ਜਵਾਬ ਸੁਣ ਕੇ ਤਾਂ ਅਸੀਂ ਤਿੰਨੋਂ ਹੱਕੇ-ਬੱਕੇ ਰਹਿ ਗਏ ਸੀ। ਡਾਕਟਰ ਬੋਲਿਆ, ਬੱਚਾ? ਕਿਹੜਾ ਬੱਚਾ? ਸਾਡੀ ਰਿਪੋਰਟ ਦੇ ਮੁਤਾਬਕ ਉਹ ਤਾਂ ਵਿਆਹੀ ਵੀ ਨਹੀਂ ਹੈ। ਬੱਚਾ ਕਿੱਥੋਂ ਆ ਗਿਆ? ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਕੀ ਹੋ ਰਿਹਾ ਸੀ। ਭਾਬੀ ਹੀ ਸੱਚ ਜਾਣਦੀ ਸੀ, ਉਹੀ ਇਸ ਗੱਲ ਦਾ ਜਵਾਬ ਦੇ ਸਕਦੀ ਸੀ। ਹੁਣ ਸਾਨੂੰ ਭਾਬੀ ਦੇ ਤੰਦਰੁਸਤ ਹੋਣ ਦਾ ਇੰਤਜ਼ਾਰ ਕਰਨਾ ਸੀ। ਜਦੋਂ ਭਾਬੀ ਚੰਗੀ ਤਰ੍ਹਾਂ ਠੀਕ ਹੋ ਗਈ ਤਾਂ ਮੈਂ ਭਾਬੀ ਨੂੰ ਕਿਹਾ, ਭਾਬੀ, ਰਿਪੋਰਟ ਵਿੱਚ ਤਾਂ ਆਇਆ ਹੈ ਕਿ ਤੁਸੀਂ ਤਾਂ ਮਾਂ ਨਹੀਂ ਬਣਨ ਵਾਲੇ। ਫਿਰ ਤੁਸੀਂ ਝੂਠ ਕਿਉਂ ਬੋਲਿਆ? ਭਾਬੀ ਬੋਲੀ, ਕਿਉਂ ਝੂਠ ਬੋਲਣ ਦਾ ਹੱਕ ਸਿਰਫ ਤੁਹਾਨੂੰ ਹੀ ਹੈ। ਮੈਂ ਝੂਠ ਨਹੀਂ ਬੋਲ ਸਕਦੀ। ਮੈਂ ਵਿਆਹ ਦੀ ਪਹਿਲੀ ਰਾਤ ਹੀ ਸਾਹਿਲ ਅਤੇ ਮਾਂ ਜੀ ਦੀਆਂ ਗੱਲਾਂ ਸੁਣ ਲਈਆਂ ਸੀ। ਉਹ ਮਾਂ ਜੀ ਨੂੰ ਕਹਿ ਰਹੇ ਸੀ, ਮਾਂ, ਜੇ ਮੇਰੀ ਪਸੰਦ ਤੁਹਾਨੂੰ ਇੰਨੀ ਹੀ ਬੁਰੀ ਲੱਗੀ ਸੀ ਤਾਂ ਮੈਨੂੰ ਸਾਫ਼-ਸਾਫ਼ ਇਨਕਾਰ ਕਰ ਦਿੰਦੇ, ਪਰ ਤੁਸੀਂ ਤਾਂ ਮੇਰੇ ਨਾਲ ਧੋਖਾ ਕੀਤਾ। ਮਾਂ ਜੀ ਨੇ ਸਾਹਿਲ ਨਾਲ ਕਿਸੇ ਗੱਲ ਤੋਂ ਬਦਲਾ ਲਿਆ ਸੀ, ਇਸੇ ਕਰਕੇ ਉਹ ਘਰ ਛੱਡ ਕੇ ਚਲੇ ਗਏ ਸੀ। ਫਿਰ ਮਾਂ ਜੀ ਬਹਾਨੇ ਬਣਾਉਣ ਲੱਗ ਪਈ ਸੀ। ਪਹਿਲੇ ਦਿਨ ਖੁਦ ਆ ਗਈ, ਫਿਰ ਉਹ ਆਪਣੀ ਬੇਟੀ ਨੂੰ ਸਾਹਿਲ ਦੇ ਕੱਪੜੇ ਪਵਾ ਕੇ ਕਮਰੇ ਵਿੱਚ ਭੇਜ ਦਿੰਦੀ ਸੀ।
ਮੈਂ ਵੀ ਇਹਨਾਂ ਨੂੰ ਸਬਕ ਸਿਖਾਉਣ ਦਾ ਸੋਚਿਆ ਸੀ, ਇਸ ਕਰਕੇ ਮੈਂ ਝੂਠ ਕਹਿ ਦਿੱਤਾ ਕਿ ਮੈਂ ਮਾਂ ਬਣਨ ਵਾਲੀ ਹਾਂ। ਮੈਂ ਜਾਣਦੀ ਸੀ ਕਿ ਤੁਸੀਂ ਇਹ ਗੱਲ ਸੁਣ ਕੇ ਜ਼ਰੂਰ ਘਰ ਆਵੋਗੇ। ਭਾਬੀ ਸ਼ਕਲ ਤੋਂ ਜਿੰਨੀ ਮਾਸੂਮ ਲੱਗਦੀ ਸੀ, ਹਕੀਕਤ ਵਿੱਚ ਉਸ ਤੋਂ ਵੀ ਜ਼ਿਆਦਾ ਮਾਸੂਮ ਨਿਕਲੀ ਸੀ। ਉਹ ਤਾਂ ਇਹ ਵੀ ਨਹੀਂ ਜਾਣਦੀ ਸੀ ਕਿ ਇਸ ਤਰ੍ਹਾਂ ਦੀ ਗੱਲ ਕਰਕੇ ਉਹਨਾਂ ਦੀ ਹੀ ਬਦਨਾਮੀ ਹੋਵੇਗੀ। ਮੇਰਾ ਭਰਾ ਭਾਬੀ ਦੀਆਂ ਗੱਲਾਂ ਸੁਣ ਕੇ ਮੁਸਕਰਾ ਰਿਹਾ ਸੀ। ਭਾਬੀ ਨੇ ਭਰਾ ਨੂੰ ਕਿਹਾ, ਜੇਕਰ ਤੁਸੀਂ ਮੈਨੂੰ ਆਪਣੀ ਮੁਹੱਬਤ ਪਾਉਣ ਦੇ ਲਈ ਛੱਡਣਾ ਚਾਹੁੰਦੇ ਹੋ ਤਾਂ ਛੱਡ ਦਿਓ। ਮੈਂ ਤੁਹਾਡੀ ਮੁਹੱਬਤ ਤੁਹਾਨੂੰ ਮਿਲਵਾ ਕੇ ਹੀ ਰਹਾਂਗੀ। ਮੇਰਾ ਭਰਾ ਮੁਸਕਰਾ ਕੇ ਬੋਲਿਆ, ਤਾਨੀਆ, ਮੇਰੀ ਮੁਹੱਬਤ ਅੱਜ ਤੋਂ ਤੂੰ ਹੀ ਆ। ਭਾਬੀ ਸ਼ਰਮਾ ਗਈ ਸੀ, ਜਦ ਕਿ ਮੈਂ ਤੇ ਮਾਂ ਇੱਕ ਦੂਜੇ ਵੱਲ ਦੇਖ ਕੇ ਹੱਸਣ ਲੱਗ ਪਏ ਸੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।